सत श्री अकाल। चढ़दी कला टाइम टीवी न्यूज़ देखने वाले सारे दर्शकों का मैं राजविंदर कौर स्वागत करती हाँ। खबरों की शुरुआत तो पहला एक नज़र मार लेने सुर्खियां दे वल। साबका विधायक सिमरजीत बैंस की पेशी अदालत ने मुड़ रिमांड से भेजा। बैंस ने बीते दिन अदालत च कर दिता सी आत्म समर्पण। मोगा च 3 लुटेरिया नाल इकल्ला ही भिड़ गया बुजुर्ग सिक्योरिटी गार्ड, हौसला नहीं हारिया। डीजीपी ने श्री दरबार साहिब विखे टेकिया मत्था, कहा सूबे चों गैंगस्टरां दा मिट जावेगा नामो निशान। ओमान घुम्मन गए परिवार नाल वापरिया भाणा, बच्चों नूं समुंदर च डुबदे देख पिता ने भी मारी छाल, तिन्हां दी समुंदर च डुब्बण नाल होई मौत। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਹੋਰ ਦੋਸ਼ੀਆਂ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਸਿਮਰਜੀਤ ਬੈਂਸ ਨੂੰ 2 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਹੈ। ਅਦਾਲਤ 'ਚ ਪੁਲਿਸ ਨੇ ਰਿਮਾਂਡ ਦੀ ਮੰਗ ਕਰਦੇ ਹੋਏ ਕਿਹਾ ਕਿ ਅਜੇ ਪੁਲਿਸ ਨੇ ਬੈਂਸ ਤੋਂ ਮੋਬਾਈਲ ਫੋਨ ਬਰਾਮਦ ਕਰਨ ਤੋਂ ਇਲਾਵਾ ਹੋਰ ਵੀ ਜਾਣਕਾਰੀ ਹਾਸਲ ਕਰਨੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਬੈਂਸ ਨੇ ਬੀਤੀ 11 ਜੁਲਾਈ ਨੂੰ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਸੀ। ਅੱਜ ਅਦਾਲਤ 'ਚ ਪੇਸ਼ੀ ਦੌਰਾਨ ਸਿਮਰਜੀਤ ਬੈਂਸ ਦੇ ਸਮਰਥਕਾਂ ਦੀ ਭੀੜ ਲੱਗੀ ਹੋਈ ਸੀ। ਅੱਜ 5 ਦਿਨ ਦਾ ਰਿਮਾਂਡ ਪੁਲਿਸ ਲਿਖ ਕੇ ਲੈ ਕੇ ਆਈ ਸੀਗੀ, ਬਟ ਦਾ ਪੁਲਿਸ ਸਕਸੀਡਡ ਸਿਰਫ 2 ਦਿਨ ਦਾ ਰਿਮਾਂਡ ਲੈਣ ਲਈ। ਸਿਰਫ 2 ਦਿਨ ਦਾ ਰਿਮਾਂਡ ਲਿਆ ਪੁਲਿਸ ਨੇ, ਮਤਲਬ ਜੱਜ ਸਾਹਿਬ ਨੇ 2 ਦਿਨ ਦਾ ਰਿਮਾਂਡ ਕੀਤਾ ਹੈਗਾ ਐਂਡ 3 ਡੇਜ਼ ਰਿਮਾਂਡ ਹੈਜ਼ ਬੀਨ ਕੱਟ ਬਾਈ ਦੀ ਜੁਡੀਸ਼ੀਅਲ ਆਫੀਸਰ। ਹੁਣ ਇਹਦੇ 'ਚ ਕੀ ਸੀਗਾ ਕਿ ਜਿਹੜਾ ਪੁਲਿਸ ਦੀ ਇਨਵੈਸਟੀਗੇਸ਼ਨ ਸੀਗੀ ਪਿਛਲੇ ਲਾਸਟ 72 ਘੰਟਿਆਂ ਦੀ, ਉਹ ਬਿਲਕੁਲ ਜ਼ੀਰੋ ਸੀਗੀ। ਅੱਜ ਪੁਲਿਸ ਇਹ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਕੇ ਰਿਮਾਂਡ ਲੈਣ ਲਈ ਆਈ ਸੀਗੀ ਕਿ ਅਸੀਂ ਉਹਨਾਂ ਦਾ ਇੱਕ ਵੌਇਸ ਸੈਂਪਲ ਲੈਣਾ ਤੇ ਪਲੱਸ ਉਹਨਾਂ ਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਉਹਨਾਂ ਦੀ ਵੌਇਸ ਸੈਂਪਲਿੰਗ ਹੋਣੀ ਹੈ। ਹੁਣ ਇਹ ਕੰਮ ਕਰਨ ਵਾਸਤੇ ਜਿਹੜੇ 3 ਦਿਨ ਪਹਿਲਾਂ 72 ਘੰਟੇ ਦਾ ਰਿਮਾਂਡ ਸੀਗਾ ਉਹ ਕਾਫੀ ਨਹੀਂ ਸੀਗਾ। ਉਹਦੇ 'ਚ ਤਾਂ ਕੁਝ ਵੀ ਨਹੀਂ ਕੀਤਾ ਪੁਲਿਸ ਨੇ, ਸਿਰਫ ਇੱਕੋ ਲਾਈਨ ਲਿਖੀ ਹੈ ਦੈਟ ਅਕਿਊਜ਼ਡ ਇਜ਼ ਨਾਟ ਕੋਆਪਰੇਟਿੰਗ। ਹੁਣ ਲਾਅ ਕੀ ਕਹਿੰਦਾ? ਲਾਅ ਇਹ ਕਹਿੰਦਾ ਕਿ ਤੁਸੀਂ ਅਕਿਊਜ਼ ਤੋਂ ਕੋਈ ਵੀ ਐਸੀ ਚੀਜ਼ ਜਿਹੜੀ ਉਹਦੇ ਹੱਕ 'ਚ ਜਾਂਦੀ ਹੈ ਜਾਂ ਖਿਲਾਫ, ਉਹਦੇ ਲਈ ਉੱਤੇ ਦਬਾਅ ਕਰਕੇ ਨਹੀਂ ਲੈ ਸਕਦੇ। ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਸੁਰੱਖਿਆ ਗਾਰਡ ਨੇ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਗਾਰਡ ਮੰਦਰ ਸਿੰਘ ਨੇ 3 ਅਪਰਾਧੀਆਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ 3 ਅਪਰਾਧੀ ਗਾਰਡ ਦੀ ਕੁੱਟਮਾਰ ਕਰਦੇ ਨੇ ਤੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ, ਪਰ ਉਹ ਹਿੰਮਤ ਨਹੀਂ ਹਾਰਦਾ ਤੇ ਉਹਨਾਂ ਦਾ ਪਿੱਛਾ ਕਰਦੇ ਹੋਏ ਬੰਦੂਕ ਦੇ ਨਾਲ ਫਾਇਰ ਕਰਦਾ ਹੈ। ਪਰ ਤਿੰਨੋਂ ਦੋਸ਼ੀ ਫਰਾਰ ਹੋ ਗਏ। ਮੋਗਾ ਸਦਰ ਥਾਣੇ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਇਹ ਘਟਨਾ ਮੋਗਾ ਦੇ ਪਿੰਡ ਦਾਰਾਪੁਰ 'ਚ ਵਾਪਰੀ ਹੈ। ਇਸ ਗਾਰਡ ਨੇ ਅਪਰਾਧੀਆਂ ਨੂੰ ਰੋਕਿਆ ਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ। ਫਿਲਹਾਲ ਅਸੀਂ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਘਟਨਾ ਦੀ ਸੀਸੀਟੀਵੀ ਦੀ ਵੀ ਫੁਟੇਜ ਸਾਹਮਣੇ ਆਈ, ਜਦੋਂ ਕਿ ਗਾਰਡ ਮੰਦਰ ਸਿੰਘ ਨੇ ਦੱਸਿਆ ਕਿ 3 ਨਕਾਬਪੋਸ਼ ਮੁਲਜ਼ਮ ਬਾਈਕ ਤੇ ਆਏ ਸਨ। ਗਾਰਡ ਨੇ ਦੱਸਿਆ ਕਿ ਤਿੰਨੋਂ ਲੋਕ ਮੂੰਹ ਤੇ ਮਾਸਕ ਪਾ ਕੇ ਮੋਟਰਸਾਈਕਲ ਤੇ ਆਏ ਸਨ। ਮੈਨੂੰ ਉਹਨਾਂ ਲੋਕਾਂ ਤੇ ਸ਼ੱਕ ਸੀ, ਮੈਂ ਉਹਨਾਂ ਨੂੰ ਮਾਸਕ ਹਟਾਉਣ ਲਈ ਕਿਹਾ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਹਮਲੇ ਦੌਰਾਨ ਉਸਨੇ ਮੇਰੇ ਤੇ ਕਿਰਪਾਨ ਨਾਲ ਹਮਲਾ ਵੀ ਕੀਤਾ। ਮੈਂ ਉਹਨਾਂ ਦਾ ਪਿੱਛਾ ਕੀਤਾ ਪਰ ਉਹ ਬਾਈਕ ਤੇ ਫਰਾਰ ਹੋ ਗਏ। ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾਕਟਰ ਬਨਵਾਰੀ ਲਾਲ ਨੇ ਕਿਹਾ ਕਿ ਅਨਾਜ ਦੇ ਉਚਿਤ ਭੰਡਾਰਨ ਤੇ ਉਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਿਦੇਸ਼ਾਂ ਵਿੱਚ ਆਧੁਨਿਕ ਸਾਈਲੋ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਸਹਿਕਾਰਤਾ ਮੰਤਰੀ ਡਾਕਟਰ ਬਨਵਾਰੀ ਲਾਲ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਦਾ ਇੱਕ ਵਫਦ ਯੂਰਪ ਦੇ ਦੇਸ਼ ਇਟਲੀ ਤੇ ਜਰਮਨੀ ਦਾ ਦੌਰਾ ਕਰਕੇ ਆਇਆ, ਜਿੱਥੇ ਇਸ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੌਂਪੀ ਜਾਵੇਗੀ। कुछ ऐसी रेसिपी बनती है तो बाजरे के बारे में भी हमने मतलब चर्चा की, तो सारी चीज़ें हमने चर्चा की क्या इसका हम किसानों के फ़ायदे के लिए हम कर सकते हैं। दूसरा जो इसके फूड प्रोसेसिंग के अंदर
किसानों को ज़्यादा इससे फ़ायदा होता है, तो इसमें हमें फूड प्रोसेसिंग की यूनिट्स भी यहाँ लगानी चाहिए ताकि किसान को ज़्यादा से ज़्यादा फ़ायदा हो। और जो किसानों के लिए खाद, बीज और इनपुट्स जो भी हैं वो किसानों की इसलिए मदद करनी चाहिए कि उसकी कम कॉस्ट लगेगी तो उसको जो मुनाफा होगा ज़्यादा होगा। ये सारी चीज़ें हमने वहाँ डिस्कस की। फिर वहाँ का एक सिस्टम और भी हमने देखा। वहाँ किसान एक कोऑपरेटिव सोसाइटी बनाते हैं मिल कर के, और उसमें जैसे मेरी 10 है, आपकी 20 है, आपकी 40 है, सब एक इकट्ठा करके एक हम किसान था, उसके पास गए तो 2500 हेक्टेयर ज़मीन उसके पास थी। तो हमने जब उससे पूछा कि भाई 2500 एकड़ आपकी कोई ओनर है, तो उन्होंने बताया कि नहीं, एक ओनर नहीं है, सब लोगों की मिला के हमने इकट्ठी करी है। फिर उसके अंदर वो वाइबल कैसे है, तो वाइबल ये है कि इसके अंदर एक ये नहीं कि गेहूँ ही उगाया है, वो मल्टीपल काम करते हैं। जैसे उसी के अंदर उन्होंने सोलर प्लांट भी लगा रखा है, उसी के अंदर उन्होंने अपना गेहूं का भी लगा रखा है, उसी में राइस मिल लगा रखी है, उसी में बायोडीजल वगैरह जो भी है वो सब अलग अलग मल्टी वर्क करते हैं, तभी जाके कहता वाइबल होता है। नहीं तो एक अगर गेहूँ बोएं तो उसमें वाइबल नहीं होता। तो ये भी एक अच्छी टेक्निक है कि हमें भी इस तरह से कोई सोसाइटी किसान बनाएं और मल्टीपल काम करें उसके अंदर, ताकि ये स्कीम वाइबल हो सके। महाराष्ट्र ਦੇ सांगली ਜ਼ਿਲ੍ਹੇ 'ਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ 3 ਲੋਕ ਓਮਾਨ ਦੇ ਸਮੁੰਦਰ ਵਿੱਚ ਡੁੱਬ ਗਏ। ਪਿਤਾ ਨੇ ਡੁੱਬਦੇ ਹੋਏ ਬੱਚਿਆਂ ਨੂੰ ਬਚਾਉਣ ਲਈ ਸਮੁੰਦਰ 'ਚ ਛਾਲ ਮਾਰੀ ਸੀ, ਪਰ ਉਹ ਵੀ ਡੁੱਬ ਗਏ। ਇਹਨਾਂ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹੈ। ਇਸ ਦਰਦਨਾਕ ਹਾਦਸੇ ਦੇ ਵਿੱਚ सांगली ਦੇ ਜੱਤ ਪਿੰਡ ਦੇ ਰਹਿਣ ਵਾਲੇ ਸ਼ਸ਼ੀਕਾਂਤ ਮਹਮ ਨੇ ਉਹਨਾਂ ਦੀ 9 ਸਾਲਾਂ ਦੀ ਧੀ ਸ਼ਰੂਤੀ ਤੇ 6 ਸਾਲ ਦਾ ਬੇਟਾ ਸ਼ਰੇयस ਸਮੁੰਦਰ 'ਚ ਡੁੱਬ ਗਏ। ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਸ਼ਸ਼ੀਕਾਂਤ ਦੁਬਈ ਦੀ ਇੱਕ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦੇ ਸਨ। ਉਹਨਾਂ ਦੀ ਪਤਨੀ ਸਾਰਿਕਾ ਵੀ ਉਹਨਾਂ ਦੇ ਨਾਲ ਦੁਬਈ 'ਚ ਹੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਸ਼ੀਕਾਂਤ ਆਪਣੇ ਪਰਿਵਾਰ ਤੇ ਕੁਝ ਦੋਸਤਾਂ ਨਾਲ ਘੁੰਮਣ ਲਈ ਓਮਾਨ ਗਏ ਹੋਏ ਸਨ। ਓਮਾਨ 'ਚ ਸਲਾਲਾ ਨਾਮ ਦੀ ਜਗ੍ਹਾ ਸ਼ਸ਼ੀਕਾਂਤ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਮੁੰਦਰ ਤੋਂ ਆ ਰਹੀਆਂ ਉੱਚੀਆਂ ਲਹਿਰਾਂ ਦਾ ਆਨੰਦ ਲੈ ਰਹੇ ਸਨ। ਇਸ ਦੌਰਾਨ ਇੱਕ ਬਹੁਤ ਵੱਡੀ ਲਹਿਰ ਆਈ, ਜਿਸ 'ਚ ਸ਼ਸ਼ੀਕਾਂਤ ਦੇ ਦੋਵੇਂ ਬੱਚੇ ਤੇ ਕਈ ਹੋਰ ਲੋਕ ਵਹਿੰਦੇ ਹੋਏ ਸਮੁੰਦਰ ਦੇ ਅੰਦਰ ਚਲੇ ਗਏ। ਸਮੁੰਦਰ 'ਚ ਡੁੱਬਣ ਤੋਂ ਬਾਅਦ ਸ਼ਸ਼ੀਕਾਂਤ ਤੇ ਉਹਨਾਂ ਦੇ ਬੱਚਿਆਂ ਦੀ ਭਾਲ ਜਾਰੀ ਹੈ। ਰਾਇਲ ਓਮਾਨ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ। ਓਮਾਨ ਸਿਵਲ ਡਿਫੈਂਸ ਐਂਡ ਐਂਬੂਲੈਂਸ ਅਥਾਰਟੀ ਨੇ ਦੱਸਿਆ ਹੈ ਕਿ ਮੁਗਸੇਲ ਦਰਮਿਆਨ ਮੌਜੂਦ ਘੇਰੇ ਨੂੰ ਲੋਕਾਂ ਨੇ ਪਾਰ ਕਰ ਦਿੱਤਾ ਸੀ। ਲਹਿਰ ਆਉਣ ਤੋਂ ਬਾਅਦ 8 ਲੋਕ ਡਿੱਗ ਗਏ ਸਨ। ਹਾਦਸੇ ਤੋਂ ਬਾਅਦ 3 ਲੋਕਾਂ ਨੂੰ ਕੁਝ ਦੇਰ ਬਾਅਦ ਹੀ ਬਚਾ ਲਿਆ ਗਿਆ ਸੀ। ਸ਼ਸ਼ੀਕਾਂਤ ਨੇ ਜਦੋਂ ਦੇਖਿਆ ਕਿ ਉਸਦੇ ਬੱਚੇ ਡੁੱਬ ਰਹੇ ਨੇ ਤਾਂ ਉਹਨਾਂ ਨੇ ਵੀ ਛਾਲ ਮਾਰ ਦਿੱਤੀ, ਪਰ ਕੁਝ ਦੇਰ ਬਾਅਦ ਉਹ ਵੀ ਡੁੱਬ ਗਏ। ਓਮਾਨ 'ਚ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। पंजाब पुलिस के डायरैक्टर जनरल ऑफ पुलिस गौरव यादव ने अमृतसर विच श्री दरबार साहिब अते दुर्गियाना मंदिर विखे मत्था टेकिया अते सूबे की शांति अते सद्भावना के लिए अरदास की। उन्होंने कहा कि साडा मुख फोकस कानून अते व्यवस्था का पेशेवर तौर पर प्रबंधन करना है। नागरिकों के अनुकूल पुलिसिंग नूं साडी मुख तरजीह है। पंजाब विच गैंगस्टरवाद नूं लैके पंजाब पुलिस के DGP गौरव यादव का बड़ा बयान है। उन्होंने कहा कि कुछ दिनों च ही सूबे चों गैंगस्टरां दा नामो निशान खत्म कर देवांगे। सूबे की शांति हर हाल च कायम रहेगी। गैंगस्टरवाद ते नशा खत्म करने ते जोर दिता जा रहा है। नशे ते पूरी तरह नकेल कस रहे हैं। सूबे की शांति हर हाल च बरकरार रखी जाएगी। दस दईए कि बीते दिनी समाज विरोधी अंसरां विच डर पैदा करन दे नाल-नाल आम लोकां विच सुरक्षा की भावना पैदा करन लई DGP गौरव यादव की अगवाई विच समुची पुलिस फोर्स वालों पंजाब के सारे 28 पुलिस जिलियां विच कार्डन ते सर्च ऑपरेशन चलाए गए सन। ऑपरेशन मौके पत्रकार नाल गल करदे DGP गौरव यादव ने कहा कि पंजाब सरकार की मुख तरजीह पंजाब नूं नशा मुक्त सूबा बनाउण लई नशिਆਂ खिलाफ लड़ाई नूं होर मजबूत करन दे नाल-नाल गैंगस्टर कल्चर नूं खत्म करना है, अमन कानून नूं कायम रखना है ते अपराध दा पता लगाउणा है। ਇੱਕੋ ਹੀ ਮਕਸਦ ਸੀਗਾ ਕਿ ਸੱਤੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਾਂ ਜੀ। ਤੇ ਮੈਂ ਇਹ ਅਸ਼ੋਰ ਕਰਦਾ ਹਾਂ ਕਿ ਪੰਜਾਬ ਪੁਲਿਸ ਇੱਕ ਵਰਲਡ ਦੀ ਬਿਹਤਰੀਨ ਪੁਲਿਸ ਫੋਰਸ ਹੈ, ਜਿਹੜੀ ਪੰਜਾਬੀਆਂ ਲਈ ਲਾਅ ਐਂਡ ਆਰਡਰ ਪੀਸ ਨੂੰ ਮੇਨਟੇਨ ਕਰੂਗੀ। ਜਿਵੇਂ ਚੀਫ ਮਿਨਿਸਟਰ ਸਾਹਿਬ ਦੇ ਆਰਡਰਸ ਹੈਗੇ, ਡਰੱਗਸ ਤੇ ਗੈਂਗਸਟਰਸ ਆਪਣੀ ਟੌਪ ਪ੍ਰਾਇਰਟੀਜ਼ ਹੈ। ਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਸ ਦਾ ਨਾਂ ਹਟਾ ਦਾਂਗੇ, ਡਰੱਗਸ ਤੇ ਪੂਰੀ ਨੱਥ ਪਾਵਾਂਗੇ ਜੀ। ਅਸੀਂ ਬੇਸਿਕ ਪੁਲਿਸਿੰਗ ਤੇ ਜਿਹੜੀ ਪ੍ਰੋਫੈਸ਼ਨਲ ਤਰੀਕੇ ਨਾਲ ਪੁਲਿਸਿੰਗ ਕਰਨੀ ਹੈ ਉਸ ਤੇ ਜ਼ੋਰ ਦੇ ਰਹੇ ਹੈਗੇ, ਸੋ ਦੈਟ ਪੰਜਾਬ ਪੁਲਿਸ ਪੰਜਾਬ ਦੀ ਲੋਕਾਂ ਦੀ ਸੇਵਾ ਕਰ ਸਕੇ। ਇੱਕ ਪੀਪਲ ਫਰੈਂਡਲੀ ਪੁਲਿਸਿੰਗ ਅਸੀਂ ਲੋਕਾਂ ਨੂੰ ਦਾਂਗੇ ਜੀ। ਸਰ ਪੰਜਾਬ ਦੇ ਲੋਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ? ਆਏ ਦਿਨ ਵਾਰਦਾਤ ਹੋ ਰਹੀ ਹੈ, ਤੁਸੀਂ ਫਰਕ
सांसद ਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸਿੰਚੇਵਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ, ਜਿਸ ਦੌਰਾਨ ਉਹਨਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪਟਿਆਲਾ ਦੇ ਲੱਕੜ ਮੰਡੀ ਚੁੰਗੀ ਦੇ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ 6 ਸਾਲਾ ਮਾਸੂਮ ਬੱਚੇ ਦੀ ਜਾਨ ਲੈ ਲਈ ਹੈ। ਦੱਸ ਦਈਏ ਕਿ 3 ਛੋਟੇ ਬੱਚੇ ਸੜਕ ਤੇ ਖੇਡ ਰਹੇ ਸਨ, ਜਿੱਥੇ ਅਚਾਨਕ ਸੜਕ ਤੇ ਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਆਈ, ਜਿਸ ਨੇ 6 ਸਾਲ ਦੇ ਮਾਸੂਮ ਕਾਰਤਿਕ ਨਾਮ ਦੇ ਬੱਚੇ ਨੂੰ ਗੱਡੀ ਹੇਠਾਂ ਕੁਚਲ ਦਿੱਤਾ, ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਆਪਣੇ ਬੱਚੇ ਦੀ ਲਾਸ਼ ਨੂੰ ਵੇਖ ਕੇ ਫੁੱਟ-ਫੁੱਟ ਸੜਕ ਤੇ ਹੀ ਰੋਈ ਮਾਂ ਦਾ ਬੁਰਾ ਹਾਲ ਸੀ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ 3 ਬੱਚੇ ਖੇਡ ਰਹੇ ਸੀ, ਲੇਕਿਨ ਉਸ ਥਾਰ ਗੱਡੀ ਵਾਲੇ ਨੇ ਬ੍ਰੇਕ ਨਹੀਂ ਮਾਰੀ, ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰਿਆ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਰ ਗੱਡੀ ਨੂੰ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਤੇ ਹੋਰਨਾਂ ਕਮੀਆਂ ਪੇਸ਼ੀਆਂ ਨੂੰ ਵੀ ਦੂਰ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਜਲਦ ਹੀ ਸਿਹਤ ਪਾਲਿਸੀ ਲਿਆਂਦੀ ਜਾਵੇਗੀ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਵੱਡੇ ਸੁਧਾਰ ਹੋਣ ਦੇ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਸਿਹਤ ਮੰਤਰੀ ਸਿਵਲ ਹਸਪਤਾਲ ਸਮਰਾਲਾ ਦਾ ਦੌਰਾ ਕਰ ਰਹੇ ਸਨ। ਪ੍ਰਸਤਾਵਿਤ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਸਿਹਤ ਸੁਧਾਰਾਂ ਦੇ ਖੇਤਰ ਵਿੱਚ ਚੰਗੀ ਸ਼ੁਰੂਆਤ ਹੋ ਚੁੱਕੀ ਹੈ ਤੇ ਥੋੜੇ ਜਿਹੇ ਇੰਤਜ਼ਾਰ ਪਿੱਛੋਂ ਸੂਬਾ ਵਾਸੀਆਂ ਨੂੰ ਬਹੁਤ ਹੀ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ। ਸਾਡੇ ਤੇ ਹੁਣ ਮੈਂ ਰਾਤ ਨੂੰ 10 ਵਜੇ ਤੁਰਿਆ ਫਿਰਦਾ, ਮੇਰੇ ਦਿਲ 'ਚ ਜਿਹੜੀ ਚਿਣ ਗਿਆ ਵੀ ਕੁਛ ਕਰੀਏ। ਸਾਨੂੰ ਮੌਕਾ ਮਿਲਿਆ, ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ। ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਿਨ ਰਾਤ ਉਹ ਲੱਗੇ ਹੋਏ ਨੇ। ਅਸੀਂ ਉਹਨਾਂ ਦੀ ਟੀਮ ਦੇ ਇੱਕ ਅਸੀਂ ਵੀ ਇੱਕ ਉਹਨਾਂ ਦੀ ਟੀਮ ਦੇ ਮਣ ਕੇ ਆ। ਸੋ ਸਾਡੇ ਨਾਲ ਐਮਐਲਏ ਸਾਹਿਬ ਖੜੇ ਨੇ, ਸਾਰੇ ਅਸੀਂ ਉਹਨਾਂ ਦੀ ਟੀਮ ਦੇ ਜਿਹੜੇ ਮੈਂਬਰ ਆ। ਅਸੀਂ ਕੁਝ ਕਰਨਾ ਚਾਹੁੰਦੇ ਆ, ਕਿਉਂਕਿ ਜੇ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਐਮਐਲਏ ਨਾ ਬਣਦੇ, ਅਸੀਂ ਮਿਨਿਸਟਰੀ ਨਾ ਬਣਦੇ। ਸੋ ਇਸ ਕਰਕੇ ਇਹ ਉਹਨਾਂ ਦਾ ਬਦਲ ਹੈ ਜਿਹੜਾ ਆਮ ਆਦਮੀ ਪਾਰਟੀ ਹੈ। ਹੁਣ ਤੁਸੀਂ ਆਪ ਖੁਦ ਦੇਖ ਰਹੇ ਹੋ, ਕੋਈ ਕੈਬਨਿਟ ਮਿਨਿਸਟਰ, ਹੈਲਥ ਮਿਨਿਸਟਰ, ਕੋਈ ਇਸ ਤਰ੍ਹਾਂ ਰਾਤਾਂ ਨੂੰ ਫਿਰਦਾ ਕੀ ਲੋੜ ਹੈ? ਜਾਂ ਪਤਾ ਵੀ ਇਹ ਚੱਲੀ ਜਾਣਾ। ਕੁਛ ਅਸੀਂ ਬਜਟ ਵੀ ਚੰਗਾ ਵਧਾਵਾਂਗੇ ਅਗਲੇ ਸੈਸ਼ਨ ਦੇ ਵਿੱਚ, ਔਰ ਹੈਲਥ ਨੂੰ ਅਸੀਂ ਪੈਰਾਂ ਸਿਰ ਕਰਕੇ, ਜਦੋਂ ਤੱਕ ਪੈਰਾਂ ਸਿਰ ਨਹੀਂ ਕਰਦੇ ਉਦੋਂ ਤੱਕ ਅਸੀਂ ਨਾ ਬੈਠਣਾ। ਦੇਖਿਆ ਜਾਵੇ ਸਮਰਾਲੇ ਮਾਨਸਾ ਦੇ ਪਿੰਡ ਰਾਏਪੁਰ ਵਿੱਚ ਰਾਤ ਦੇ ਸਮੇਂ ਮੀਨੂ ਨਾਮ ਦੀ ਵਿਆਹੁਤਾ ਦੇ ਬੇਰਹਿਮੀ ਨਾਲ ਕਤਲ ਹੋਣ ਦੀ ਗੱਲ ਸਾਹਮਣੇ ਆਈ ਹੈ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਆਪਣੇ ਪਿੱਛੇ 2 ਛੋਟੇ ਬੱਚਿਆਂ ਨੂੰ ਛੱਡ ਗਈ ਹੈ। ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਤਲ ਨਿੱਜੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ ਜਾਂ ਇਸ ਨੂੰ ਲੁੱਟ ਦੀ ਨੀਅਤ ਦੇ ਨਾਲ ਅੰਜਾਮ ਦਿੱਤਾ ਗਿਆ ਹੈ। ਪੰਜਾਬੀ ਫਿਲਮਾਂ ਦੇ ਗਾਇਕ ਅਦਾਕਾਰ ਗਿੱਪੀ ਗਰੇਵਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ, ਜਿੱਥੇ ਉਹਨਾਂ ਵਾਹਿਗੁਰੂ ਅੱਗੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮੀਡੀਆ ਨਾਲ ਗੱਲ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਪਰਿਵਾਰ ਸਣੇ ਵਾਹਿਗੁਰੂ ਅੱਗੇ ਮੱਥਾ ਟੇਕਣ ਲਈ ਪਹੁੰਚੇ ਨੇ। ਕਮਲ ਅਨਮੋਲ ਨੂੰ ਪੰਜਾਬੀ ਕਲਾਕਾਰਾਂ ਦਾ ਪ੍ਰਧਾਨ ਬਣਾਏ ਜਾਣ ਤੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਗੱਲ ਹੈ। ਪੰਜਾਬੀ ਕਲਾਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਉਹਨਾਂ ਕਿਹਾ ਕਿ ਅਜੇ ਤਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਹੀ ਗੱਲ ਚੱਲ ਰਹੀ ਹੈ, ਉਸ ਨੂੰ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ। ਅਸੀਂ ਆਸ਼ੀਰਵਾਦ ਲੈਣ ਆਏ ਹਾਂ, ਹਮੇਸ਼ਾ ਦੀ ਤਰ੍ਹਾਂ ਮੱਥਾ ਟੇਕਣ ਆਏ ਸੀ, ਬਸ ਪਰਿਵਾਰ ਨਾਲ ਆਏ ਸੀਗੇ। ਤੇ ਭਾਜੀ ਕਰਮਜੀਤ ਅਨਮੋਲ ਨੂੰ ਬਣਾਇਆ ਪ੍ਰੋਡਿਊਸਰ ਪੰਜਾਬੀ ਫਿਲਮਾਂ ਦੇ ਸਾਰੇ ਕੀ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਜੀ, ਕਿਉਂਕਿ ਸਾਡਾ ਆਰਟਿਸਟ ਵੀ ਬਹੁਤ ਹਿੰਮਤੀ ਆ ਉਹ, ਤੇ ਸਾਰੀਆਂ ਵੈਸੇ ਵੀ ਉਹਨੂੰ ਅਸੀਂ ਮੋਢੀ ਰੱਖਦੇ ਹਾਂ ਜੀ, ਤੇ ਵਧੀਆ ਗੱਲ ਹੈ ਜੀ। ਬਹੁਤ ਮੁਬਾਰਕਾਂ ਨੇ ਵੀਰ ਨੂੰ, ਔਰ ਵਧੀਆ ਮਿਹਰਬਾਨੀ। ਬੀਤੇ ਦਿਨੀ ਪੰਚਕੁਲਾ ਦੇ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ ਵਿੱਚ ਜਦੋਂ ਸਿਹਤ ਵਿਭਾਗ ਨੇ ਛਾਪਾ ਮਾਰਿਆ ਸੀ ਤਾਂ ਉੱਥੋਂ ਦੇ ਸੈਂਪਲ ਲਏ ਗਏ ਸਨ, ਜਿਸ ਵਿੱਚ ਫੰਗਸ ਦੀ ਬਿਮਾਰੀ ਪਾਈ ਗਈ ਸੀ।
ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਦੀ ਤਰਫ ਤੋਂ ਮਿਠਾਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪਟਿਆਲਾ ਦੀ ਮਸ਼ਹੂਰ ਗੋਪਾਲ ਸਵੀਟਸ ਦੀ ਦੁਕਾਨ ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਤੇ ਵੱਖ-ਵੱਖ ਮਿਠਾਈਆਂ ਦੇ ਸੈਂਪਲ ਲਏ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਮੈਡਮ ਪਰਵਿੰਦਰਪਾਲ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਇਹ ਛਾਪੇਮਾਰੀ ਜਾਰੀ ਰਹੇਗੀ, ਪਰ ਜਦੋਂ ਇਸ ਮੌਕੇ ਤੇ ਮੀਡੀਆ ਵੱਲੋਂ ਸਿਹਤ ਅਫਸਰ ਨੂੰ ਸਵਾਲ ਕੀਤਾ ਗਿਆ ਕਿ ਮਿਠਾਈਆਂ ਨੂੰ ਕਿੰਨੀ ਦੇਰ ਤੱਕ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ ਤਾਂ ਮੈਡਮ ਨੂੰ ਕੋਈ ਜਵਾਬ ਨਹੀਂ ਆਇਆ। ਅਦਰਵਾਈਜ਼ ਅਸੀਂ ਬਹੁਤ ਰੇਟ ਕੀਤੇ ਇਸ ਮਹੀਨੇ 'ਚ ਅਸੀਂ 3-4 ਪਹਿਲਾਂ ਹੀ ਕਰ ਚੁੱਕੇ ਹਾਂ। ਤਿਉਹਾਰਾਂ ਦੇ ਨੇੜੇ ਹੀ ਕੋਈ ਸਿਹਤ ਵਿਭਾਗ ਜਿਹੜਾ ਹੈ ਉਹ ਬਿਲਕੁਲ ਪੰਨਾ ਹੁੰਦਾ ਹੈ। ਵੀ ਆਰ ਆਲਵੇਜ਼ ਡੂਇੰਗ ਇਟ, ਹਮੇਸ਼ਾ ਹੀ ਕਰ ਰਹੇ ਹਾਂ ਅਸੀਂ। ਤਿਉਹਾਰਾਂ 'ਚ ਇਹ ਹੈ ਕਿ ਥੋੜਾ ਕੰਮ ਸਪੀਡ ਅਪ ਹੁੰਦਾ ਹੈ ਕਿਉਂਕਿ ਉਸ ਵੇਲੇ ਨਕਲੀ ਸਮਾਨ ਬਣਨ ਦਾ ਜ਼ਿਆਦਾ ਖਤਰਾ ਹੁੰਦਾ ਹੈ ਕਿ ਤੂੰ ਕਿੰਨੀ ਮਾਤਰਾ ਵਿੱਚ ਦੁੱਧ ਇੰਨਾ ਇੱਕਦਮ ਸਡਨਲੀ ਪ੍ਰੋਡਕਸ਼ਨ ਕਿਉਂ ਹੋ ਰਹੀ ਹੈ, ਤੇ ਇਸ ਕਰਕੇ ਸਾਡਾ ਵੀ ਜਿਹੜਾ ਫਰਜ਼ ਹੈ, ਸਾਡੀ ਡਿਊਟੀ ਜਿਹੜੀ ਹੈ ਉਹ ਸਪੀਡ ਹੋ ਜਾਂਦੀ ਹੈ। ਅਦਰਵਾਈਜ਼ ਸਾਡਾ ਰੂਟੀਨ ਵਰਕ ਮੰਥਲੀ ਸਾਡੇ ਟਾਰਗੇਟਸ ਹੁੰਦੇ ਆ, ਉਹ ਅਸੀਂ ਰੂਟੀਨ ਵਿੱਚ ਕਰੀ ਜਾ ਰਹੇ ਹਾਂ। ਮੈਡਮ ਇਸ 'ਚ ਕਿੰਨੇ ਦਿਨਾਂ 'ਚ ਫੈਸਲਾ ਆ ਜਾਊਗਾ ਕਿਉਂਕਿ ਅਕਸਰ ਠੰਡੇ ਬਸਤੇ 'ਚ ਪੈ ਜਾਂਦੇ ਆ ਇਹ ਮਾਮਲੇ? ਇਹ ਤੇ ਮੈਂ ਨਹੀਂ ਕਹਿ ਸਕਦੀ, ਬਟ ਮਹੀਨੇ ਦਾ ਟਾਈਮ ਹੁੰਦਾ ਹੈ ਰਿਪੋਰਟ ਪਹੁੰਚਣ ਦਾ ਸਾਡੇ ਤੱਕ। ਜਦ ਰਿਪੋਰਟ ਆਏਗੀ ਫਿਰ ਉਹਦੇ ਪਤਾ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਇੱਕ ਅਜਿਹੀ ਇਤਿਹਾਸਿਕ ਜਗ੍ਹਾ ਹੈ ਜਿੱਥੇ ਪੂਰੀ ਦੁਨੀਆ ਦੇ ਰਾਜ ਕਰਨ ਵਾਲੇ ਰਾਜਾ ਅਕਬਰ ਦੀ ਮਹਿਜ਼ 13 ਸਾਲ ਦੀ ਉਮਰ ਵਿੱਚ ਤਾਜ਼ਪੋਸ਼ੀ ਕੀਤੀ ਗਈ ਸੀ। ਇਸ ਜਗ੍ਹਾ ਦਾ ਇਤਿਹਾਸ ਕਾਫੀ ਪੁਰਾਣਾ ਹੈ। ਕਰੀਬ 450 ਸਾਲ ਪਹਿਲਾਂ 14 ਫਰਵਰੀ ਸਨ 1556 ਨੂੰ ਅਕਬਰ ਦੇ ਪਿਤਾ ਹੁਮਾਯੂੰ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਸਥਾਨਕ ਲੋਕਾਂ ਦੇ ਕਹਿਣ ਅਨੁਸਾਰ ਇਹ ਜਗ੍ਹਾ ਬਹੁਤ ਇਤਿਹਾਸਿਕ ਹੈ, ਪਰ ਇਸ ਜਗ੍ਹਾ ਨੂੰ ਸੰਭਾਲਣ ਵਿੱਚ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਇਸ ਜਗ੍ਹਾ ਨੂੰ ਦੇਖਣ ਕਾਫੀ ਵੱਡੇ ਰਾਜਨੀਤਿਕ ਲੋਕ ਵੀ ਆਉਂਦੇ ਨੇ, ਪਰ ਅੱਜ ਵੀ ਇਸ ਜਗ੍ਹਾ ਨੂੰ ਸੰਭਾਲਣ ਦੀ ਲੋੜ ਹੈ। ਇਹ ਆਪਣੇ ਵਜ਼ੀਰ ਬੈਰਮ ਖਾਨ ਨਾਲ ਘੁੰਮਣ ਫਿਰਨ ਲਈ ਇਸ ਇਲਾਕੇ 'ਚ ਆਇਆ ਸੀ, ਇੱਥੇ ਠਹਿਰਿਆ ਹੋਇਆ ਸੀ ਕਲਾਨੌਰ ਵਿੱਚ। ਉਧਰੋਂ ਪਿੱਛੋਂ ਇਹਨੇ ਪਿਤਾ ਹੁਮਾਯੂੰ ਜਿਹੜਾ ਬਾਦਸ਼ਾਹ ਸੀ ਉਹਦੀ ਦਿੱਲੀ ਵਿੱਚ ਪੌੜੀਆਂ ਤੋਂ ਡਿੱਗ ਕੇ ਤੇ ਮੌਤ ਹੋ ਗਈ। ਇਹ ਮੌਤ ਹੋਣ ਕਾਰਨ ਫਿਰ ਇਹਨਾਂ ਨੇ ਬੈਰਮ ਖਾਨ ਨੇ ਸਕੀਮ ਬਣਾ ਕੇ ਤੇ ਤੁਰੰਤ ਹੀ ਇੱਥੇ ਮਤਲਬ ਇਹਦੀ ਤਾਜ਼ਪੋਸ਼ੀ ਜਿਹੜੀ ਕੀਤੀ। ਇੱਥੇ ਥੜਾ ਬਣਾ ਕੇ ਜਿੱਦਾਂ ਆ ਬਣਿਆ ਦਾ ਇਹਦੇ ਤੇ ਬਿਠਾ ਕੇ ਤੇ ਇਹਦੀ ਰਾਜ ਤਿਲਕ ਲਾਤਾ, ਇਹਨੂੰ ਅਨਾਉਂਸਮੈਂਟ ਕਰ ਦਿੱਤੀ ਵੀ ਹੁਣ ਬਾਦਸ਼ਾਹ ਜਿਹੜਾ ਅਕਬਰ ਹੋਵੇਗਾ। ਪਾਕਿਸਤਾਨ ਵਿੱਚ 14 ਜੂਨ ਤੋਂ ਸ਼ੁਰੂ ਹੋਏ ਪ੍ਰੀ ਮੌਨਸੂਨ ਮੀਂਹ ਨਾਲ ਸੰਬੰਧਿਤ ਵੱਖ-ਵੱਖ ਹਾਦਸਿਆਂ ਵਿੱਚ ਕੁੱਲ 165 ਲੋਕਾਂ ਦੀ ਮੌਤ ਹੋ ਗਈ ਹੈ ਤੇ 171 ਹੋਰ ਜ਼ਖਮੀ ਹੋ ਗਏ ਨੇ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਇਹਦੀ ਜਾਣਕਾਰੀ ਦਿੱਤੀ ਹੈ। ਦੇਸ਼ ਦਾ ਦੱਖਣੀ ਪੱਛਮੀ ਬਲੋਚਿਸਤਾਨ ਸੂਬਾ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ, ਜਿੱਥੇ ਮੌਲੇਧਾਰ ਮੀਂਹ ਕਾਰਨ 65 ਲੋਕਾਂ ਦੀ ਮੌਤ ਹੋ ਗਈ ਹੈ ਤੇ 49 ਹੋਰ ਜ਼ਖਮੀ ਨੇ। ਲਗਾਤਾਰ ਪੈ ਰਹੇ ਮੀਂਹ ਕਾਰਨ ਇੱਥੇ ਅਚਾਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇੱਥੇ ਸਥਾਨਕ ਮੀਡੀਆ ਨੇ ਬੰਨ੍ਹ ਟੁੱਟਣ ਦੀਆਂ ਕਈ ਘਟਨਾਵਾਂ ਦੀ ਸੂਚਨਾ ਦਿੱਤੀ ਹੈ, ਜਿਸ ਦੀ ਲਪੇਟ ਵਿੱਚ ਆ ਕੇ ਕਈ ਘਰ ਤੇ ਬੁਨਿਆਦੀ ਢਾਂਚੇ ਰੁੜ ਗਏ। ਸ਼੍ਰੀ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਮੁੱਖ ਮਾਰਗ ਤੇ ਝੱਜ ਚੌਂਕ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਲੋਕਾਂ ਦੇ ਸਰੀਰਾਂ 'ਚੋਂ ਪੱਥਰੀਆਂ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਪਹਿਲਾਂ ਇਹਨਾਂ ਲੋਕਾਂ ਦੇ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਸੀ, ਪਰ ਬਾਵਜੂਦ ਲੋਕਾਂ ਦੇ ਸਰੀਰਾਂ ਦੇ ਵਿੱਚੋਂ ਪੱਥਰੀਆਂ ਕੱਢਣ ਦਾ ਕੰਮ ਜਾਰੀ ਹੈ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਧਰਨਾ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਸੀ, ਜਿਸ ਨੂੰ ਲੈ ਕੇ ਭਾਰੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਤਾਇਨਾਤ ਨੇ, ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਕਤ ਗੁਰਦੁਆਰਾ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਗਏ ਨੇ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਪਖੰਡਵਾਦ ਕੀਤਾ ਜਾ ਰਿਹਾ ਹੈ। ਧਰਮ ਦੇ ਨਾਮ ਹੇਠ ਭੋਲੇ ਭਾਲੇ ਲੋਕਾਂ ਦੀ ਜੋ ਲੁੱਟ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ ਧਰਨਾ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਹੈ। ਇਕੱਠ ਕੀਤਾ ਗਿਆ, ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਇਸ ਕਰਕੇ ਹੈ ਕਿ ਇੱਥੇ ਇਲਾਕੇ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇੱਕ ਪਖੰਡੀ ਰਾਮ ਸਿੰਘ ਨਾਮ ਦਾ ਜਿਹੜਾ ਕਿਸੇ ਗੈਬੀ ਸ਼ਕਤੀ ਨਾਲ ਲੋਕਾਂ ਦੀਆਂ ਪੱਥਰੀਆਂ ਕੱਢਣ ਦਾ ਢੌਂਗ ਕਰਦਾ ਹੈ, ਟਕਵੰਜ ਕਰਦਾ ਹੈ। ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੱਥਰੀਆਂ ਦਾ ਇਲਾਜ ਜਾਂ ਤੇ ਆਪਰੇਸ਼ਨ ਨਾਲ ਹੁੰਦਾ ਹੈ ਜਾਂ ਡਾਕਟਰੀ ਦਵਾਈਆਂ ਨਾਲ ਹੁੰਦਾ ਹੈ, ਜਿਹੜਾ ਡਾਕਟਰ ਲੋਕ ਕਰਦੇ ਹੈ। ਤੇ ਇਹ ਬਾਬਾ ਹੈ ਜਿਹੜਾ ਇਹ ਕਹਿੰਦਾ ਹੈ ਵੀ ਮੈਂ ਰੁਮਾਲ ਰੱਖ ਕੇ ਇੱਦਾਂ ਹੱਥ ਫੇਰ ਕੇ ਪੱਥਰੀਆਂ ਕੱਢ ਦਿੰਦਾ, ਜਿਹੜਾ ਕਿ ਕਿਸੇ ਵੀ ਤਰੀਕੇ ਨਾਲ ਅੱਜ ਦਾ ਸਾਇੰਸ ਦਾ ਯੁੱਗ ਹੈ ਹੋ ਨਹੀਂ ਸਕਦਾ। ਇਹ ਪਖੰਡ ਕਰਦਾ। ਇਹਦੇ ਟਕਵੰਜ ਨੂੰ ਰੋਕਣ ਵਾਸਤੇ ਪਹਿਲਾਂ ਵੀ ਇਲਾਕੇ ਦੀ ਸੰਗਤ ਵੱਲੋਂ ਬਹੁਤ ਤਰ੍ਹਾਂ ਦੇ ਯਤਨ ਕੀਤੇ ਗਏ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਤੇ ਜਾ ਕੇ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਹਨਾਂ ਕੋਲ ਜਾ ਕੇ ਇਹ ਪਖੰਡੀ ਰਾਮ ਸਿੰਘ ਆਪਣੀ ਗਲਤੀ ਵੀ ਮੰਨ ਕੇ ਆਇਆ, ਮਾਫੀ ਮੰਗੀ ਇਹਨੇ, ਪਰ ਪਤਾ ਨਹੀਂ ਇਹਨੂੰ ਕਿਹਦੀ ਸ਼ੈ ਹੈ, ਕੌਣ ਹੈ ਇੱਦਾਂ ਦਾ ਇਹਦੇ ਪਿੱਛੇ ਜਿਹੜਾ ਇਹਨੂੰ ਵਾਰ-ਵਾਰ ਇਹ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਆਪਣੀ ਬੰਸਰੀ ਦੀ ਧੁਨ ਤੇ ਨੱਚਣ ਵਾਲੇ ਤੇ ਬਾਲੀਵੁੱਡ ਫਿਲਮਾਂ ਦੇ ਵਿੱਚ ਸੰਗੀਤ ਦੇਣ ਵਾਲੇ ਬੰਸਰੀ ਉਸਤਾਦ ਮੁਸਤਬਾ ਹੁਸੈਨ ਗੁਰੂ ਪੂਰਨਿਮਾ ਤੇ ਜਲੰਧਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਸੰਗੀਤ ਕੈਰੀਅਰ ਤੇ ਬਾਲੀਵੁੱਡ 'ਚ ਆਪਣਾ ਨਾਮ ਬਣਾਉਣ ਬਾਰੇ ਗੱਲ ਕੀਤੀ। ਬਾਲੀਵੁੱਡ ਫਿਲਮਾਂ ਦੇ ਵਿੱਚ 300 ਤੋਂ ਵੱਧ ਗੀਤਾਂ ਦੇ ਸੰਗੀਤਕਾਰ ਬਣ ਚੁੱਕੇ ਉਸਤਾਦ ਮੁਸਤਬਾ ਹੁਸੈਨ ਨੇ ਇੱਕ ਸਮਾਗਮ ਦੌਰਾਨ ਜਲੰਧਰ ਆ ਕੇ ਇਸ ਮੀਲ ਪੱਥਰ ਨੂੰ ਹਾਸਿਲ ਕਰਨ ਬਾਰੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆਪਣੇ ਕੈਰੀਅਰ ਬਾਰੇ ਦੱਸਿਆ। ਉਹਨਾਂ ਆਪਣੀ ਬੰਸਰੀ ਦੀ ਧੁਨ ਵਜਾ ਕੇ ਸਮਾਗਮ 'ਚ ਆਏ ਲੋਕਾਂ ਦਾ ਮਨੋਰੰਜਨ ਕੀਤਾ। मैं बेसिकली मेरा जन्म स्थान पटना साहिब है और मेरा जो दादा परदादा का घर है वो बोध गया है। गया और गया घराना संगीत के लिए बहुत बड़ा माना जाता है। तो मेरे यहाँ भी गुरु शिष्य परंपरा के अंतर्गत मैं चौथी पीढ़ी हूँ। मेरे ख़ानदान में शहनाई और बांसुरी का परंपरा है। मेरे चाचा उस्ताद फ़हीमुल्लाह खां साहब बहुत बड़े बांसुरी वादक थे, बहुत पुराने। मेरे दादा उस्ताद रहीम बख्श मुंशी खां एवं मेरे बड़े चाचा रहीम बख्श थे। उसके बाद मैं बांसुरी और शहनाई की परंपरा को बढ़ाते हुए मैं अपनी पढ़ाई की उम्र में ही मैं मुंबई शिफ्ट हो गया था। चूँकि मेरे पिताजी के शागिर्द थे सादिक हुसैन शरद कुमार, तो वो लक्ष्मीकांत प्यारेलाल जी के साथ थे। तो मैं वहाँ अपनी पढ़ाई के साथ साथ वहाँ मुंबई शिफ्ट होकर फिर मैं बॉलीवुड के साथ एसोसिएट हो गया और लगभग जितने भी संगीतकार हैं उन सभी के साथ हमने काम किया है। लगभग 250 से 300 मूवीज़ में हमने बांसुरी वादन किया है। उसमें ख़ास हैं गदर हैं, जब वी मेट हैं, विरासत, कल हो ना हो, बहुत सारी ऐसी मूवीज़ हैं। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੋੜਾ ਛਤਰਾਂ ਦੇ ਸੂਏ ਵਿੱਚ ਪਾਣੀ ਨਾ ਆਉਣ ਕਾਰਨ 70 ਕਿੱਲੇ ਜ਼ਮੀਨ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਪਿਛਲੇ ਕਰੀਬ 10 ਸਾਲ ਪਹਿਲਾਂ ਸੂਏ ਨੂੰ ਪੱਕਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੂਏ ਵਿੱਚ ਪਾਣੀ ਆਉਣਾ ਬੰਦ ਹੋ ਗਿਆ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਉਹਨਾਂ ਨੂੰ ਪਾਣੀ ਨਹੀਂ ਮੁਹੱਈਆ ਕਰਵਾ ਸਕਦਾ ਤਾਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਵਾਪਸ ਦਿੱਤੀ ਜਾਵੇ ਤੇ ਮੋਟਰ ਦੇ ਨਵੇਂ ਕਨੈਕਸ਼ਨ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ। समस्या नहर च पानी नहीं आवन डਿਆ। जूं नहर पक्की हुई है उदों साल 2 पानी आया, बाद च पानी नहीं आया। ਇਹੋ समस्या रही है नहर की, कभी किते बह गई तो कदे किते बह गई। इन्होंने अजे आखना तो मैं गल सुनो पानी तो मैनूं दे छड़ो, मैं झोना लाउणा वा, पर नहीं इन्हां पानी दिता। जे एसडीओ साहब नूं आखिया मैं फोन करके एसडीओ साहब ते हिम सिंह आ जांदा पानी। कौन बोलदा? मैं हिम सिंह बोलना जोड़े सत्तरां तो। जे जई नूं फोन लाया, जई नाल भी गल मेरी होई आ, मेड़ नाल मेरी गल होई, सारे दे नंबर मेरे कोल पए दे ने। इन्हों ने अज देने कल देने साढ़े तो हार के कमार छुप चले ने, ਜਿਹੜੇ ਝੋਨੇ ਲਾਏ ਨੇ ਅਸੀਂ ਬੰਬੀ ਤੇ ਲਾਏ ਨੇ। ਤੇ ਜੇ ਹੁਣ ਜੇ ਮਾਦਾਂ ਨੂੰ ਪਾਣੀ ਲਾਈਏ ਤੇ ਝੋਨੇ ਲਾਈਏ, ਅਸੀਂ ਕਿੱਧਰ ਜਾਈਏ? ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।